ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸਾਰੀਆਂ ਸੰਗਤਾਂ ਨਿਤਨੇਮ ਕਰਮ ਅਨੁਸਾਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਤਿਗੁਰਾਂ ਨੇ ਮਿਹਰ ਦੀ ਨਜ਼ਰ ਕੀਤੀ ਹੈ। ਗੁਰੂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਦਾ ਜਾਗਰਤਾ ਹੋਇਆ। ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਗਾਵਿਆ। ਜਿਨ੍ਹਾਂ ਨੇ ਪੜ੍ਹਿਆ, ਜਿਨ੍ਹਾਂ ਨੇ ਸੁਣਿਆ, ਉਹਨਾਂ ਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਹੁਣ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਤੂੰ ਮੰਨ ਵੀ ਲਈ, ਤਾਂ ਕਿ ਜ਼ਿੰਦਗੀ ਦਾ ਜਿਹੜਾ ਬੇੜਾ ਹੈ ਤੇਰਾ ਇਹ ਬੰਨੇ ਲੱਗ ਜੇ। ਪਰਮਾਤਮਾ ਦੇ ਘਰ ਵਿੱਚ ਆ ਕੇ ਤਕਰੀਬਨ ਹਰ ਇੱਕ ਮਨੁੱਖ ਦੀ ਇਹੀ ਇੱਛਾ ਹੁੰਦੀ ਹੈ ਕਿ ਪਰਮਾਤਮਾ ਜਿੰਨੇ ਵੀ ਜ਼ਿੰਦਗੀ ਦੇ ਵਿੱਚ ਗੁਨਾਹ ਕੀਤੇ ਨੇ, ਇਹਨਾਂ ਗੁਨਾਹਾਂ ਦਾ ਤੁਹਾਨੂੰ ਤੇ ਪਤਾ ਹੈ, ਇਹ ਗੁਨਾਹ ਸਾਡੇ ਤੁਸੀਂ ਮਾਫ਼ ਕਰ ਦਿਓ। ਗੁਨਾਹਾਂ ਦੀ ਮਾਫ਼ੀ ਤੇ ਪਰਮਾਤਮਾ ਦੇ ਘਰ ਵਿੱਚੋਂ ਮਿਲ ਜਾਂਦੀ ਹੈ, ਕਿਉਂਕਿ ਪਰਮਾਤਮਾ ਸਭ ਕੁਝ ਜਾਣਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ, ਪਰਮਾਤਮਾ ਇਹ ਜਿੰਨੇ ਜ਼ਿੰਦਗੀ ਦੇ ਗੁਨਾਹ ਨੇ ਨਾ, ਇਹ ਦੁਨੀਆ ਦੇ ਅੱਗੇ ਪ੍ਰਗਟ ਨਾ ਹੋਵਨ, ਮੇਰੀ ਪੱਤ ਢੱਕ ਕੇ ਰੱਖਿਓ। ਜਿਹੜੇ ਪਰਮਾਤਮਾ ਨੇ ਤੇਰੇ ਖੂਨ ਨੂੰ ਢੱਕ ਦਿੱਤਾ, ਹੱਡਾਂ ਨੂੰ ਢੱਕ ਦਿੱਤਾ, ਸਰੀਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਪਾ ਕੇ ਉਹਨਾਂ ਨੂੰ ਮਾਸ ਦੇ ਨਾਲ, ਚਮੜੇ ਨਾਲ ਢੱਕ ਦਿੱਤਾ ਹੈ, ਉਹ ਪਰਮਾਤਮਾ ਤੇਰੇ ਅਵਗੁਣ ਵੀ ਢੱਕ ਦੇਵੇਗਾ। ਪਰ ਤੇਰਾ ਪਛਚਾਤਾਪ ਜਿਹੜਾ ਹੈ, ਇਹ ਕੇਵਲ ਇਕੱਲੀ ਜ਼ੁਬਾਨ ਤੋਂ ਨਾ ਹੋਵੇ, ਇਹ ਤੇਰਾ ਪਛਚਾਤਾਪ ਅੰਦਰੋਂ ਕੀਤਾ ਹੋਵੇ। ਮੰਨੇ ਕਿ ਪਰਮਾਤਮਾ ਇਹ ਗੁਨਾਹ ਮੈਂ ਕੀਤੇ ਹੋਏ ਨੇ। ਜੇ ਅੰਦਰੋਂ ਮੰਨੇਗਾ ਫਿਰ ਤੇ ਕੋਈ ਨਾ ਕੋਈ ਇਲਾਜ ਹੋ ਜਾਵੇਗਾ, ਵਰਨਾ ਜੇ ਤੂੰ ਮੰਨੇ ਹੀ ਨਾ ਤੇ ਫਿਰ ਇਸ ਬਿਮਾਰੀ ਦਾ ਇਲਾਜ ਕੋਈ ਨਹੀਂ। ਤੇ ਗੁਰੂ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਜਿਹੜੇ ਪਰਮਾਤਮਾ ਨੇ ਤੇਰੇ ਸਰੀਰ ਦੇ ਵਿੱਚ ਇੰਨਾ ਕੁਛ ਪਾ ਕੇ ਉਹਨੂੰ ਢੱਕ ਦਿੱਤਾ, ਅੱਜ ਵੀ ਪਰਮਾਤਮਾ ਤੇਰੀ ਪੱਤ ਢੱਕਣ ਵਾਸਤੇ ਤਿਆਰ ਹੈ। ਅੱਜ ਕਿਵੇਂ ਢੱਕਦੇ ਨੇ ਪੱਤ ਮਹਾਰਾਜ? ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਬੰਦੇ ਦੀ ਪੱਤ ਢੱਕਣ ਵਾਸਤੇ ਨਾ ਪਰਮਾਤਮਾ ਨੇ ਇਹਨੂੰ ਪ੍ਰੇਮ ਦਾ ਪਟੋਲਾ ਦਿੱਤਾ ਹੈ। ਸਮਾਜ ਦੇ ਵਿੱਚ ਜਿਹੜੇ ਤੇਰੇ ਗੁਨਾਹ ਕੀਤੇ ਹੋਏ ਨੇ ਨਾ, ਉਹ ਢਕੇ ਜਾਣਗੇ, ਤੇਰੀ ਪੱਤ ਢਕੀ ਜਾਊ। ਤੋ ਕਰ ਕੀ, ਜਿੰਨੇ ਵੀ ਸ਼ਬਦ ਆਪਣੀ ਜ਼ੁਬਾਨ ਦੇ ਵਿੱਚੋਂ ਬੋਲਦਾ ਹੈ,
ਇਹ ਜਵਾਨ ਸ਼ਬਦਾਂ ਦੇ ਪਿੱਛੇ ਪ੍ਰੇਮ ਹੋਵੇ, ਤੇਰੀ ਪੱਤ ਢੱਕੀ ਜਾਊ। ਜਿੰਨਾ ਕੁਛ ਵੀ ਤੂੰ ਦੇਖਦਾ ਤੇਰੇ ਦੇਖਣ ਦੇ ਪਿੱਛੇ ਪ੍ਰੇਮ ਹੋਵੇ, ਤੇਰੀ ਪੱਤ ਢੱਕੀ ਜਾਊ। ਜੋ ਕੁਝ ਵੀ ਤੂੰ ਕਰ ਰਿਹਾ ਹੈ, ਕੁਝ ਸੁਣ ਰਿਹਾ ਹੈ, ਕੁਛ ਗਾ ਰਿਹਾ ਹੈ, ਕੁਛ ਦੇਖ ਰਿਹਾ ਹੈ, ਕੁਝ ਕਰ ਰਿਹਾ ਹੈ, ਜੋ ਕੁਛ ਵੀ ਤੂੰ ਕਰ ਰਿਹਾ ਹੈ, ਇਹਨਾਂ ਸਾਰੀਆਂ ਵਸਤੂਆਂ ਦੇ ਪਿੱਛੇ ਪ੍ਰੇਮ ਹੋਵੇ। ਤੇ ਪ੍ਰੇਮ ਦਾ ਇਹੋ ਜਿਹਾ ਪਟੋਲਾ ਹੈ ਜਿਹਨੇ ਤੇਰੀ ਲੋਕ ਅਤੇ ਪਰਲੋਕ ਦੇ ਵਿੱਚ ਦੋਨੇ ਜਹਾਨਾਂ ਦੇ ਵਿੱਚ ਪੱਤ ਢੱਕ ਦੇਣੀ ਹੈ। ਜੇ ਕੋਈ ਬੰਦੇ ਤੋਂ ਗੁਨਾਹ ਹੋ ਜੇ, ਕਾਨੂੰਨ ਦੇ ਕੁਛ ਨਿਯਮ ਹੁੰਦੇ ਨੇ, ਉਹਨਾਂ ਨਿਯਮਾਂ ਦੇ ਵਿੱਚ ਇੱਕ ਵਾਰੀ ਗੁਨਾਹ ਹੋਇਆ ਹੈ ਤਾਂ ਕਾਨੂੰਨ ਉਸ ਨੂੰ ਕੁਝ ਨਾ ਕੁਝ ਛੋਟ ਦਿੰਦਾ ਹੈ ਕਿ ਸ਼ਾਇਦ ਸੁਧਰੇ। 2 ਹੋਏ ਨੇ ਫਿਰ ਕੁਝ ਨਾ ਕੁਝ ਸਖਤੀ ਕਰਦਾ, ਜੇ 3 ਹੋ ਜਾਣ ਫਿਰ ਸਖਤੀ ਕਾਨੂੰਨ ਦਿਖਾਉਂਦਾ ਹੈ। ਕਿਸੇ ਵੀ ਜਗ੍ਹਾ 'ਤੇ ਚਲੇ ਜਾਈਏ ਤੇ ਜਦੋਂ ਗੁਨਾਹ ਹੋ ਜੇ ਉਹਨੂੰ ਉਸ ਤੋਂ ਬਾਅਦ ਮਾਫ਼ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਕੀਤਾ ਜਾਂਦਾ ਨਾ। ਵਾਰੇ ਜਾਇਆ ਕਰੋ ਸਤਿਗੁਰਾਂ ਦੀ ਬਾਣੀ ਦੇ। ਸਤਿਗੁਰੂ ਮਹਾਰਾਜ ਕਹਿੰਦੇ ਜੋ ਕੁਛ ਵੀ ਤੂੰ ਕਰ ਰਿਹਾ ਇਹਨਾਂ ਦੇ ਪਿੱਛੇ ਪ੍ਰੇਮ ਰੱਖਿਆ ਕਰ, ਗੁਨਾਹ ਤਾਂ ਇੱਥੋਂ ਹੋਣਗੇ ਹੀ ਨਹੀਂ ਗੁਨਾਹ। ਤੇ ਜਦੋਂ ਤੈਥੋਂ ਗੁਨਾਹ ਹੋਏ ਨਾ ਤੇ ਫਿਰ ਤੈਨੂੰ ਕਾਨੂੰਨ ਕੀ ਪਕੜੇਗਾ? ਪਰ ਕਾਨੂੰਨ ਤੇ ਫਿਰ ਵੀ ਪਕੜਦਾ। ਕਬੀਰ ਸਾਹਿਬ ਤੇ ਲੱਗੇ ਸੀ ਨਾ ਦਾਗ ਦੋਸ਼, ਚੋਰੀ ਦਾ ਇਲਜ਼ਾਮ ਵੀ ਲੱਗਿਆ ਸੀ, ਦੁਰਾਚਾਰ ਦਾ, ਅਤਿਆਚਾਰ ਦਾ ਵੀ ਲੱਗਿਆ ਸੀ। ਇਲਜ਼ਾਮ ਤੇ ਕਬੀਰ ਸਾਹਿਬ ਤੇ ਬਹੁਤ ਲੱਗੇ ਸੀ। ਰਾਜੇ ਨੇ ਹੁਕਮ ਕੀਤਾ ਸੀ, ਕਹਿੰਦਾ ਸੰਗਲਾਂ ਨਾਲ ਬੰਨ੍ਹ ਕੇ ਦਰਿਆਵਾਂ ਦੇ ਵਿੱਚ ਦੀ ਰੋੜ ਦਿਓ। ਪਰ ਅੱਜ ਉਸ ਰਾਜੇ ਨੂੰ ਕੋਈ ਨਹੀਂ ਜਾਣਦਾ, ਕਬੀਰ ਸਾਹਿਬ ਜੀ ਮਹਾਰਾਜ ਨੂੰ ਤੇ ਸਾਰੇ ਜਾਣਦੇ ਹਨ। ਗੁਰੂ ਨਾਨਕ ਦੀ ਬਾਣੀ ਕਹਿੰਦੀ ਜੋ ਕੁਛ ਵੀ ਤੂੰ ਕਰ ਰਿਹਾ ਹੈ ਇਹਦੇ ਪਿੱਛੇ ਪ੍ਰੇਮ ਛੁਪਿਆ ਹੋਵੇ ਤੇ ਇੱਥੋਂ ਗੁਨਾਹ ਹੋਣਗੇ ਨਹੀਂ। ਦੁਨੀਆ ਲਾਉਂਦੀ ਹੈ ਦਾਗ ਦੋਸ਼ ਤੇ ਲਾਉਂਦੀ ਪਏ, ਦੁਨੀਆ ਤੇ ਹਰ ਇੱਕ ਤੇ ਲਾਉਂਦੀ ਹੈ। ਦੁਨੀਆ ਕੁਛ ਕਹਿੰਦੀ ਹੈ ਤੇ ਕਹਿੰਦੀ ਪਏ, ਪਰ ਤੇਰਾ ਪ੍ਰੇਮ ਨਹੀਂ ਟੁੱਟਣਾ ਚਾਹੀਦਾ। ਗੁਰੂ ਨਾਨਕ ਮਹਿਜ 7 ਸਾਲ ਦੀ ਉਮਰ ਸੀ ਗੁਰੂ ਨਾਨਕ ਮਹਾਰਾਜ ਦੀ। ਸੱਤ ਸਾਲ ਦੀ ਉਮਰ ਦੇ ਵਿੱਚ ਭਾਈ ਮਰਦਾਨੇ ਦੇ ਘਰੇ ਜਾਂਦੇ ਨੇ ਗੁਰੂ ਨਾਨਕ ਮਹਾਰਾਜ। ਕੱਲਾ ਜਾਂਦੇ ਨਹੀਂ, ਭਾਈ ਮਰਦਾਨੇ ਦੇ ਘਰੇ ਭੋਜਨ ਵੀ ਛਕ ਕੇ ਆਉਂਦੇ ਨੇ। ਤੇ ਜਦੋਂ 1-2 ਦਿਨ ਦੇਖਿਆ ਕਿ ਨਾਨਕ ਖੱਤਰੀਆਂ ਦਾ ਬੇਟਾ ਡੂਮ ਮਰਾਸੀ ਦੇ ਘਰ ਜਾਂਦਾ ਹੈ ਤੇ ਉਹਨਾਂ ਦੇ ਘਰੇ ਭੋਜਨ ਛਕ ਕੇ ਆਉਂਦਾ ਹੈ, ਫਿਰ ਰਿਹਾ ਨਹੀਂ ਨਾ ਜਾਂਦਾ ਹੁੰਦਾ ਬੋਲੇ ਬਿਨਾ। ਮਾਤਾ ਜੀ ਨੂੰ ਜਾ ਕੇ ਆਂਢੀ ਗੁਆਂਢੀ ਬੜੇ ਸਤਿਕਾਰ ਦੇ ਨਾਲ ਕਹਿਣ ਲੱਗੇ, ਕਹਿੰਦੇ ਇਸ ਬੱਚੇ ਨੇ ਤੇ ਕਹਿੰਦੇ ਸਾਡੀ ਨੱਕ ਵੱਢ ਦਿੱਤੀ ਹੈ। ਕਹਿੰਦੇ ਕੀ ਗੱਲ ਹੋਇਆ? ਕਹਿੰਦੇ ਖੱਤਰੀਆਂ ਦਾ ਬੇਟਾ ਹੋ ਕੇ ਮਰਾਸੀਆਂ ਦੇ ਘਰੇ ਰੋਟੀ ਖਾ ਕੇ ਆਉਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਿਰ ਉਹ ਸਾਰੇ ਗਏ ਸੀ ਨਾ ਇਕੱਠੇ ਹੋ ਕੇ, ਕਈ ਜਣੇ ਗਏ ਸੀ ਮਾਤਾ ਜੀ ਕੋਲ ਇਕੱਠੇ ਹੋ ਕੇ। ਇੱਕ ਨੇ ਵਿੱਚੋਂ ਆਵਾਜ਼ ਦਿੱਤੀ, ਕਹਿੰਦਾ ਉਹਨਾਂ ਦੇ ਘਰੇ ਰੋਟੀ ਨਹੀਂ ਖਾ ਕੇ ਆਉਂਦਾ, ਮੈਂ ਆਪ ਆਪਣੀਆਂ ਅੱਖੀਆਂ ਦੇ ਨਾਲ ਦੇਖਿਆ, ਇਹ ਭਾਈ ਮਰਦਾਨੇ ਨਾਲ ਇੱਕੋ ਥਾਲੀ ਦੇ ਵਿੱਚ ਉਹਦੀ ਜੂਠ ਖਾ ਕੇ ਆਉਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕਿਹਾ ਸੀ। ਮਾਤਾ ਕਹਿਣ ਲੱਗੀ, ਅੱਛਾ
ਮਰਾਸੀਆਂ ਦੇ ਘਰ ਦੇ ਵਿੱਚ ਰੋਟੀ ਖਾ ਕੇ ਆਉਂਦਾ, ਕਹਿੰਦੇ ਉਹਦੀ ਮਰਦਾਨੇ ਦੇ ਨਾਲ ਇੱਕੋ ਥਾਲੀ ਦੇ ਵਿੱਚ ਰੋਟੀ ਖਾਂਦਾ, ਉਹਦੀ ਜੂਠ ਵੀ ਖਾ ਕੇ ਆਉਂਦਾ ਉਹਨਾਂ ਦੀ। ਲਾ ਲਿਆ ਦੋਸ਼। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਏ ਘਰੇ। ਮਾਤਾ ਪੁੱਛਣ ਲੱਗੀ, ਕਹਿੰਦੀ ਬੇਟਾ ਭੋਜਨ ਕਿੱਥੋਂ ਛਕ ਕੇ ਆਉਂਦਾ? ਕਹਿੰਦੇ ਮਰਦਾਨੇ ਕੋਲੋਂ। ਮਰਦਾਨੇ ਤੋਂ? ਕਹਿੰਦੇ ਤੂੰ ਆਪਣੇ ਘਰ ਦੇ ਵਿੱਚ ਭੋਜਨ ਛਕ ਲਿਆ ਕਰ। ਗੁਰੂ ਨਾਨਕ ਮਹਾਰਾਜ ਨੇ ਬੜਾ ਵੱਡਾ ਵਚਨ ਕਿਹਾ ਸੀ, ਮਾਤਾ ਉਹ ਵੀ ਆਪਣਾ ਹੀ ਘਰ ਹੈ। ਕਹਿੰਦੇ ਮੈਂ ਤੇ ਆਪਣੇ ਭਾਈ ਦੀ ਥਾਲੀ ਦੇ ਵਿੱਚ ਰੋਟੀ ਖਾ ਕੇ ਆਉਣਾ ਹੈ। ਮਰਦਾਨਾ ਮੇਰਾ ਭਾਈ ਹੈ ਤੇ ਮੈਂ ਆਪਣੇ ਭਾਈ ਦੇ ਨਾਲ ਇੱਕੋ ਥਾਲੀ ਦੇ ਵਿੱਚ ਅਸੀਂ ਬੈਠ ਕੇ ਰੋਟੀ ਖਾਂਦੇ ਹਾਂ। ਨਗਰ ਖੇੜੇ ਦੇ ਲੋਕ ਤੇ ਬੜੇ ਦੁਖੀ ਹੋ ਗਏ ਸੀ। ਹੋਰ ਤੇ ਹੋਰ ਜਦੋਂ ਮਹਾਰਾਜ ਜੀ ਸੁਲਤਾਨਪੁਰ ਲੋਧੀ ਆਏ ਨੇ ਨਾ, ਆਉਣ ਸਾਰੇ ਤੇ ਮੋਦੀ ਖਾਨਾ ਸੰਭਾਲ ਲਿਆ। ਮੋਦੀ ਖਾਨਾ ਜਿਉਂ ਸੰਭਾਲਿਆ ਗੁਰੂ ਨਾਨਕ ਮਹਾਰਾਜ ਨੇ, ਤੇ ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਤੁਸੀਂ ਤੇ ਬੈਠੋ ਗੱਲੇ ਤੇ, ਮਾਲਕ ਹੋ ਤੁਸੀਂ ਮੋਦੀ ਖਾਨੇ ਦੇ, ਤੇ ਮੈਂ ਜਿਹੜੇ ਵੀ ਆਊਗਾ ਉਹਨਾਂ ਨੂੰ ਵਰਤਾਰਾ ਤੱਕੜ ਤੋਲ ਤੋਲ ਕੇ ਦੇ ਜਾਵਾਂਗਾ। ਤੁਸੀਂ ਹੁਕਮ ਕਰ ਦਿਆ ਕਰੋ, ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਜਿਹੜੀਆਂ ਗੱਲਾਂ ਤੂੰ ਕਰਦਾ ਨਾ, ਇਹ ਗੱਲਾਂ ਨਹੀਂ ਹੈ। ਕਹਿੰਦੇ ਮਹਾਰਾਜ ਸਮਾਜ ਦੇ ਵਿੱਚ ਇਹੀ ਚੱਲਦਾ, ਮਾਲਕ ਗੱਲੇ ਤੇ ਬਹਿ ਕੇ ਹਿਸਾਬ ਕਿਤਾਬ ਲਿਖਦੇ ਨੇ ਤੇ ਉਹਨਾਂ ਦੇ ਨੌਕਰ ਜਿਹੜੇ ਨੇ ਉਹ ਤੱਕੜ ਤੋਲ ਤੋਲ ਕੇ ਪਾਉਂਦੇ ਨੇ। ਇਹੋ ਹੀ ਤੇ ਸਮਾਜ ਦੇ ਵਿੱਚ ਚੱਲਦਾ ਹੈ। ਮਾਲਕ ਬੈਠਾ ਹੁੰਦਾ, ਨੌਕਰ ਕੰਮ ਕਰਦਾ ਹੈ। ਸਮਾਜ ਦੇ ਜਿੰਨੇ ਮਰਜ਼ੀ ਰਹੁ ਰੀਤ ਰਿਵਾਜ ਤੱਕੋ, ਸਭ ਰਿਵਾਜਾਂ ਦੇ ਵਿੱਚ ਇਹੀ ਕੁਛ ਹੈ। ਮਾਲਕ ਬਹਿੰਦਾ ਹੈ, ਨੌਕਰ ਕੰਮ ਕਰਦਾ ਹੈ। ਸਾਡੀਆਂ ਇਹਨਾਂ ਕੀਮਤੀ ਜ਼ਿੰਦਗੀਆਂ ਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਜੇ ਤੱਕ ਮਾਲਕ ਨਹੀਂ ਬਣਾਇਆ। ਇਹ ਬਗਾਨੇ ਵਸ ਪਾਈਆਂ ਹੋਈਆਂ ਨੇ ਜ਼ਿੰਦਗੀਆਂ, ਤੇ ਇਹਨਾਂ ਜ਼ਿੰਦਗੀਆਂ ਦੇ ਵਿੱਚ ਮਾਲਕ ਹੋਰ ਬੈਠਾ ਹੈ, ਅਸੀਂ ਉਹਨਾਂ ਦੇ ਨੌਕਰ ਲੱਗੇ ਹੋਏ ਹਾਂ। ਨੌਕਰ ਹਾਂ ਅਸੀਂ ਹੰਕਾਰ ਦੇ, ਨੌਕਰ ਹਾਂ ਅਸੀਂ ਕ੍ਰੋਧ ਦੇ, ਨੌਕਰ ਹਾਂ ਅਸੀਂ ਅਭਿਮਾਨ ਦੇ, ਨੌਕਰ ਹਾਂ ਅਸੀਂ ਲੋਭ ਦੇ। ਕਦੇ ਸਾਡੀ ਜ਼ਿੰਦਗੀ ਨੂੰ ਲੋਭ ਵਰਤ ਲੈਂਦਾ, ਕਦੇ ਹੰਕਾਰ ਵਰਤ ਲੈਂਦਾ, ਕਦੇ ਕ੍ਰੋਧ ਵਰਤ ਲੈਂਦਾ। ਇਹ ਸਾਰੇ ਵਰਤਾਵਾ ਕਰਦੇ ਨੇ ਸਾਡੀ ਜ਼ਿੰਦਗੀ ਦਾ। ਜ਼ਿੰਦਗੀ ਸਾਡੀ ਹੈ, ਹੁਕਮ ਇਸ ਜ਼ਿੰਦਗੀ ਤੇ ਕਿਸੇ ਦਾ ਹੋਰ ਚੱਲ ਰਿਹਾ ਹੈ। ਅਗਰਵਾਈਜ਼ ਜੇ ਹੁਕਮ ਇਸ ਜ਼ਿੰਦਗੀ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਚੱਲਦਾ ਹੁੰਦਾ, ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਤੂੰ ਜ਼ਿੰਦਗੀ ਦੇ ਵਿੱਚ ਕਦੇ ਭੁੱਲ ਕੇ ਵੀ ਕੁਕਰਮ ਮਾੜੇ ਕਰਮ ਨਹੀਂ ਕਰਨੇ ਸੀ। ਅੱਜ ਜਿਹੜਾ ਪਛਤਾਤਾਪ ਕਰਦਾ ਨਾ ਜ਼ਿੰਦਗੀ ਦੇ ਵਿੱਚ, ਇਹ ਤੈਨੂੰ ਪਛਤਾਤਾਪ ਨਹੀਂ ਹੋਣਾ ਸੀ। ਜ਼ਿੰਦਗੀ ਤੇਰੀ ਆਪਣੀ ਹੈ, ਮਾਲਕ ਇਸ ਦੇ ਅੰਦਰ ਕੋਈ ਹੋਰ ਬੈਠਾ ਹੈ। ਜ਼ਿੰਦਗੀ ਆਪਣੀ ਹੈ, ਕਸ਼ਿਸ਼ ਕਿਸੇ ਦੀ ਹੋਰ ਹੈ। ਇਹ ਤਕਰੀਬਨ ਸਭ ਜ਼ਿੰਦਗੀਆਂ ਨਾਲ ਇਹੋ ਹੀ ਚੀਜ਼ ਚੱਲਦੀ ਹੈ। ਕਸ਼ਿਸ਼ ਕਿਸੇ ਦੀ ਹੋਰ ਹੈ, ਜ਼ਿੰਦਗੀ ਆਪਣੀ ਹੈ। ਜ਼ਿੰਦਗੀ ਆਪਣੀ ਆਪ ਜਿਉਣ ਵਾਸਤੇ ਆਏ ਹੈ, ਤੇ ਥੋੜੇ ਸਮੇਂ ਵਾਸਤੇ ਹੁਕਮ ਕਿਸੇ ਦਾ ਹੋਰ ਮੰਨਦਾ ਫਿਰਦਾ, ਕਸ਼ਿਸ਼ ਕਿਸੇ ਦੀ ਹੋਰ ਹੈ। ਗਜਬ ਦੀ ਗੱਲ ਹੈ। ਮਰਦਾਂ ਨੇ ਔਰਤਾਂ ਵਾਲੇ ਬਾਣੇ ਪਾਲੇ ਨੇ, ਔਰਤਾਂ ਨੇ ਮਰਦਾਂ ਵਾਲੇ ਬਾਣੇ ਪਾਲੇ ਨੇ। ਹੈ ਔਰਤ ਕਸ਼ਿਸ਼ ਕਿਸੇ ਦੀ ਹੋਰ ਹੈ ਮਰਦ ਕਸ਼ਿਸ਼ ਕਿਸੇ ਦੀ ਹੋਰ ਹੈ। ਤਮਾਮ ਸਾਰੀ ਦੀਆਂ ਸਾਰੀਆਂ ਜ਼ਿੰਦਗੀਆਂ ਨੂੰ ਇਹਨਾਂ ਨੇ ਘੇਰਾ ਪਾਇਆ ਹੋਇਆ। ਆਪਣੀ ਜ਼ਿੰਦਗੀ ਕੋਈ ਜਿਉ ਨਹੀਂ ਰਿਹਾ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਖੇ ਲੱਗਿਆ, ਤੇ ਸਭ ਤੋਂ ਪਹਿਲਾਂ ਮਹਾਰਾਜ ਦਾ ਬਚਨ ਹੈ ਕਿ ਐ ਗੁਰਮੁਖਾ, ਜਿਹੜੀ ਜ਼ਿੰਦਗੀ ਸਿਰਫ ਤੈਨੂੰ ਦਿੱਤੀ ਹੈ, ਤੂੰ ਆਪਣੀ ਜ਼ਿੰਦਗੀ ਆਪ ਜਿਉ ਕੇ ਦੇਖ, ਤੈਨੂੰ ਫੇਰ ਪਤਾ ਲੱਗਣਾ ਕਿ ਇਸ ਜ਼ਿੰਦਗੀ ਦੀ ਕੀਮਤ ਕੀ ਹੈ।
हजे तक लग्या नहीं आखे, हजे तक चलदा है, हजे मालक क्रोध है, सदा लोभ है, हंकार है, अभिमान है, प्रभता है, धन है, इसका मालक हो रहा है। कदे गौर मताला कर लेना इस गल का कि जिंदगी साडी अपनी है तो इहदा मालक कौन है। अगरवाइज इहदा मालक गुरु दे शब्द नूं बनाया हुंदा ते गुरु दे शब्द ने तैनूं गुनाह करन नहीं देने सी, नहीं करन देने सी। इसदा मालक सच्चा होवे ते मालक भी कैसा होवे जैसा बाबा नानक गुरु नानक देव साहिब जी महाराज। मरदाना कह लग्या महाराज मालक बहिंदे ने हिसाब किताब करन वास्ते दुकान ते नौकर तकड़ तोल तोल के उन्हां नूं दिंदे ने अगाह। मालक दा हुक्म चलदा है, नौकर हुक्म नूं मनदा है। बाबा नानक कहन लग्या ये दुनियादारी दे बनाई हुई अपनी मर्यादा है मरदानिया, इत्थे कोई मालक नहीं कोई नौकर नहीं, आपां दोने ही भरा। ते कला कहा नहीं गुरु नानक महाराज ने, करके भी दिखाया है। करके पता की दिखाया, करके दिखाया गुरु नानक देव साहिब जी महाराज ने। कहंदे मरदानिया इस गले ते आके बही तू चक ला, हिसाब किताब तू कर ते तकड़ दे नाल तोल तोल के असीं देवांगे। कला कहा नहीं महाराज ने, करके भी दिखाया है। गुरु दुनियादारी दे नालों वखरेवापन वखरापन निराला कर्म गुरु नानक देव साहिब जी महाराज ने किया है। भाई मरदाना हाथ जोड़ के कहन लग्या महाराज ये तो संसार दे विच शोभा नहीं देवेगी गल। मरदाने नहीं कहते तू आके बैठ। भाई मरदाना उन्हां समयां दे विच तकरीबन 2 ही जमातां पढ़िया सी, बहुती पढ़ाई नहीं कीती सी। गुरु नानक देव साहिब जी महाराज पटवारी दे पुत्र सी, इन्हां नूं आउंदा सी हिसाब किताब करना। कहंदे महाराज भाई मरदाने नूं बही ते कलम फड़ा के गुरु नानक महाराज ने गले ते बिठाता, तू लिख असीं तोल के देवांगे। जिस जगह ते नौकर ने काम करना सी उसे जगह ते मालक खड़ा है, जिथे मालक ने बैठना सी उथे गुरु नानक ने नौकर नूं बिठाया। बंदा कह दिंदा बाबे नानक नूं महाराज मैं तां तेरा ही हाँ। बाबे नानक दा बनना किते सौखा पिया है? जे बाबे नानक दा है ते फिर जेड़ा रास्ता बाबे नानक ने तैयार किया रास्ते ते चल के ते दिखा दो कदम, कदम पुट के दा दिखा एक अद्धा रास्ता ते चल उसते। कही जाना भी सारा कुछ तेरा है, सब कुछ तेरा है, तो एक कदम पुट के ते दिखा बाबे नानक दे रस्ते ते। गुरु नानक देव साहिब जी महाराज तक्कड़ दे नाल तोलदे ने। पहला तक्कड़ तोलिया मरदाने नूं, कहंदे लिख ला 1 वखरापन। दूजा तक्कड़ तोल के फिर देता, कहंदे लिख ला 1। तीजा फिर तोल दिता, कहंदे लिख ला 1। एक एक करदियां 6 तक लेके मरदाना कलम रख के कहन लग्या महाराज कहंदे ये की करी जाने हो? कहंदे किवें? कहंदे महाराज तुसी एक तो नहीं वध रहे, 6 तक्कड़ तोल के पाते, तुसी हजे तक 1 ही लिखाई जाने हो। कहंदे होर किवें लिखाईए? मरदाना कहंदा जी 1 तो बाद 2 लिखाउणा सी, 2 तो बाद 3 लिखाउणा सी, 3 तो बाद 4 लिखाउणा सी, 4 तो बाद 5 लिखाउणा सी, 6 तो बाद 7 लिखाउणा सी। कहंदे फिर हुण? कहंदे हुण तुसीं तक्कड़ जदों पाओगे ना ते उदों 7 लिखायो। कहंदे महाराज ठीक है, जदों तुसीं गल्ले ते बैठे हो तुहानूं कलम फड़ाई है
गुरु नानक महाराज जी ने तकड़ तोल के पाया सत, लिख मरदानिया सत। अठवां तकड़ पाके फिर गुरु नानक महाराज कहन लगे लिख मरदानिया सत। मरदाना फिर विचारा कहन लग्या महाराज सत तो बाद अठ होंदे ने। गुरु नानक महाराज कहन लगे चंगा हुण लिख। जदों उन्होंने एक तकड़ होर पाया कहंदे हुण लिख लै 9। 9 हो गए। एक 7 ਅਤੇ 9। गुरु ग्रंथ साहिब जी महाराज जी की बाणी कित्थों शुरू होंदी है? एक तो। एक ओंकार एक तो। मरदानिया ये सारी दी सारी कार सृष्टि ते चल रही है एक परमात्मा ने। सत तो भाव है सत वचन के अधिकारी ते 9 ते पिछले दिन ही आप बचन करके हटे ना कि 9 कदे घटदा नहीं हुंदा। जिमें जिमें असीं नूं वधाई तुरे जावांगे 9 घटदा नहीं है, 8 घटेगा। 8 कदे पूरा नहीं रहिंदा, 8 कदी भी पूरा नहीं रहिंदा ते 9 कदे घटदा नहीं है। मैं पिछले दिन ही आपां सरवण कीता सी, शायद याद होवे। 9 नूं जे दुगना करांगे 9 दूनी 18, 1 ते 8 फिर 9 बन गए। 9 तिया 27, 2 ते 7 फिर 9 बन गए। इंज दा सारा पहाड़ा ला लो 9 कदे घटदा नहीं, पूरे का पूरा ही रहिंदा है। लास्ट ते जाके फिर नहीं घटदा, 9 आ जाता। 8 जिहड़ा है ये कदे वधदा नहीं है, हमेशा घटदा है। 8 8 दूनी 16, 6 ते 1 ते 6 7 रह गया, घट गया ना। पुराने जमानिਆਂ ਦੇ ਵਿੱਚ ना एक रिवाज ਹੁੰਦਾ ਸੀ, ਹੁਣ भी हैगा। ਜਿਹੜੇ ਬੱਚੇ ਨੇ घर ਦੇ ਵਿੱਚ जन्म ਲੈਣਾ ना ਤੇ ਮਾਤਾਵਾਂ ਉਸ ਮਾਤਾ ਨੂੰ 8ਵੇਂ ਮਹੀਨੇ ਦੇ ਵਿੱਚ ਬੜਾ ਸਾਂਭ ਸੰਭਾਲ ਕਰਦੀਆਂ ਸੀ। ਆਪ ਜੀ ਸਿਆਣੇ ਹੋ, 8ਵੇਂ ਮਹੀਨੇ ਦੇ ਵਿੱਚ ਬੱਚੇ ਦਾ ਜਨਮ ਹੋ ਜੇ ਨਾ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। 7ਵੇਂ ਮਹੀਨੇ ਵਿੱਚ ਹੋ ਜੇ ਕੋਈ ਗੱਲ नहीं, 9ਵੇਂ ਮਹੀਨੇ ਵਿੱਚ ਹੋ ਜੇ ਕੋਈ, 8ਵੇਂ ਦੇ ਵਿੱਚ ਚੰਗਾ ਨਹੀਂ ਸਮਝਦੇ। ਤੇ ਜਿਸ ਦਿਨ ਬੱਚੇ ਦਾ ਜਨਮ ਹੋ ਜੇ 8ਵਾਂ ਦਿਨ ਹੋਵੇ ਉਹਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। ਉਸ ਤੋਂ ਬਾਅਦ 8 ਸਾਲਾਂ ਦਾ ਹੋਇਆ ਉਹਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। जिस दिन बच्चा 18 साल का हो जे उन्होंने ये नहीं कोई कहता कि बच्चा 18 साल का हो गया। सियाने बजुर्ग कहते ने बच्चे नूं अणगिणत साल लग्या होया है। चलदियां ने गल्लां, क्योंकि 8 हमेशा घटदा है, ये वाधा नहीं है। ते गुरु नानक ने अपने रसना तो 8 बोलिया नहीं है। 7 तो बाद फिर कह दिता लिख दे 7। कहते महाराज 7 तो बाद 8 होंदा है। बाबे नानक ने नहीं कहा, कहते चल हुण सीधा 9 ही लिख दे। यही कारण है जिहड़ा मूल रूप दे विच कुछ तत्त हुंदे ने जिहड़े साडे समाज दे विच चलदे रहिंदे ने, पर सानूं उन्हां गल्लां दा पता नहीं हुंदा कि क्यों चलियां ने, कित्थों चलियां ने, कारण की है। 9 तो बाद फिर गुरु नानक ने तकड़ तोलिया, लिख दे मरदानिया 9। फिर पाके फिर मरदानिया महाराज कहते 9 तो बाद 10 होंदा है, 11 होंदा है, 12 होंदा है, 13 होंदा है। महाराज तुसीं ये की करी जाने हो? 9 तो बाद फिर 9 लगातार। गुरु नानक देव साहिब जी महाराज कहते किन्ने तकड़ हो गए? महाराज कहते 12 हो गए। कहते इस तो बाद की आऊ? कहते महाराज हुण इस तो बाद 13 आऊ। गुरु नानक देव साहिब जी महाराज कहन लगे मरदानिया ये समाजक निजमां दी 13 वाली हुण उत्तों बिंदी हटा दे, हुण कल्ला 13 13 ही चलना, इत्थे 13 13 ही चलना, हुण नहीं चलदी बिंदी। बिंदी कट दे हुण 13 वाली, बिंदी कट के इहनूं कल्ला 13 13 ते ही चलन दे। फिर तोलिया सी बाबे नानक ने 13 13। जिस वक्त बाबा नानक 13 13 तोलदा सी
उस वक्त गुरु नानक देव साहब जी महाराज के मोदी खाने का मालक भाई मरदाना बनया बैठा सी। इतिहास तुहाडे कोले है, इतिहास कोले है साडे। बही ते कलम स्याही गले ते मरदाना बैठा है। गुरु नानक महाराज कहंदे इत्थे निराला काम करन वास्ते आए हैं, तू साडा भाई है। हुण सके भरा नूं सका भरा मारदा तुरिया हुंदा, हथ दोने ही जोड़ी जांदे, कहंदे बाबा नानक असीं तां तेरे। ते गुरु नानक ने ते भरा फिर डूम मरासी नूं मनाया सी जाके। साथों आपदे सके भरावां दे नाल नहीं वरतिया जांदा। बड़े हाथ जोड़दा बंदा, बाबा नानक तेरा ही है। जे बाबे नानक दा है ते कुछ ना कुछ ते उहदे मार्ग ते चलण दे यतन कर। फिर गुरु नानक देव साहब जी महाराज ने ते कहा है कि सृष्टि नूं पैदा करन वाला भी एक है। गुरा एक देह बुझाई, सबना जियां का एक दाता, सो मैं विसर ना जाई। फिर पढ़दा है ना बाबे नानक दे बोलां नूं अमृत वेले। गुरु नानक ते एक दी गल करदे ने, ते तैनूं इक्को घर दे विच इक्को कुख दे विचों जन्म लई अज तू दुश्मन बनया बैठा है। किहड़े हिसाब दे नाल कही जाना कि बाबा नानक तेरा है। गुरु नानक देव साहब जी महाराज फिर पुछ लैंदे ने इत्थे आए तो, जे साडा है ना ते साडा ते फिर ये बचन अकाल पुरख दे चेते रख। इतिहास तेरे कोले है। जेड़ा रास्ता बाबा नानक कहंदा असीं तैयार कीता उस रास्ते ते चलण दे यतन कर। जे साडा ऐ मरदाने निराला बनाया। गुरु नानक देव साहब जी महाराज नूं पुछदे ने मोदी खाने आउण वाले कौन है? कहंदे साडा भरा है, साडा भाई है, भाई मरदाना डूम। उन्होंने गुरु नानक देव साहब जी महाराज ने कहंदे नहीं, मालकां वाली जगह ते तुसीं बैठो, नौकरां वाली जगह ते असीं खड़दे हां। किहड़ा इहो जिहा मालक है जिहड़ा आपदे नौकर नूं कहंदा होवे भी तेरी जगह ते काम मैं करदा ते तू मालकां वाली जगह ते बैठ जा अज दा दिन? है कोई? है कोई इहो जिहा जिहड़ा मालक होवे ते नौकर नूं कह दे तू बैठ जा? नहीं नहीं, ਜਿਹੜੇ नौकर ने विचारे काम धंधा करते ने उन्हां तो काम धंधा भी करा लेना, आप तो 36 प्रकार के पदार्थ छकने ने, उन्होंने चज की रोटी नहीं दिंदा कोई, नहीं दिंदा कोई। पुराने जमानिਆਂ ਦੇ ਵਿੱਚ ਘਰਾਂ 'ਚ बरकतां ਹੁੰਦੀਆਂ ਸੀ। क्यों ਸੀਗੀਆਂ? ਉਹਨਾਂ ਟਾਈਮਾਂ ਦੇ ਵਿੱਚ ਤੇ ਕੋਈ ਧਾਰਮਿਕ ਸਥਾਨ ਗੁਰਦੁਆਰੇ ਮੰਦਰ ਮਸੀਤਾਂ ਇੰਨੇ ਨਹੀਂ ਹੁੰਦੇ ਸੀ, ਕੋਈ ਪ੍ਰਚਾਰਕ ਨਹੀਂ ਹੁੰਦਾ ਸੀ, ਕੋਈ ਕੀਰਤਨੀਆਂ ਨਹੀਂ ਹੁੰਦਾ ਸੀ। ਉਹਨਾਂ ਟਾਈਮਾਂ ਦੇ ਵਿੱਚ ਕਿੱਥੋਂ ਬਰਕਤਾਂ ਆਉਂਦੀਆਂ ਸੀ? ਉਹਨਾਂ ਟਾਈਮਾਂ ਦੇ ਵਿੱਚ ਬਰਕਤਾਂ ਆਉਂਦੀਆਂ ਸੀ ਕਿ ਜਿਹੜਾ ਘਰ ਦੇ ਵਿੱਚ ਨੌਕਰ ਕੰਮ ਕਰਨ ਵਾਸਤੇ ਆਉਂਦਾ, ਮਾਤਾਵਾਂ ਬੁੱਕ ਭਰ ਭਰ ਕੇ ਮੱਖਣ ਦੇ ਪਾਉਂਦੀਆਂ ਹੁੰਦੀਆਂ ਸੀ, ਉਹਨਾਂ ਨੂੰ ਪਾਉਂਦੀਆਂ ਸੀ ਨਾ। ਉਹਨਾਂ ਕਾਰਨਾਂ ਕਰਕੇ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਪੈਂਦੀਆਂ ਸੀ। ਤੇ ਹੁਣ ਬਰਕਤਾਂ ਰਹਿਣ ਕਿੱਥੋਂ? ਮੱਖਣ ਕਿੱਥੇ ਰਹਿ ਗਿਆ? ਕਿੱਥੇ ਰਹਿ ਗਿਆ ਮੱਖਣ? ਕਿੱਥੇ ਨੇ ਪਸ਼ੂ ਡੰਗਰ? ਕਿੱਥੇ ਨੇ ਉਹ ਸਾਰਾ ਕੁਝ? ਬਰਕਤਾਂ ਹੁਣ ਕਿੱਥੋਂ? ਜਿੱਥੋਂ ਬਰਕਤਾਂ ਆਉਣੀਆਂ ਸੀ ਸਭ ਦੀਆਂ ਸਭ ਬਰਕਤਾਂ ਘਰੋਂ ਕੱਢ ਦਿੱਤੀਆਂ, ਘਰੋਂ ਕੱਢ ਦਿੱਤੀਆਂ। ਉਹਨਾਂ ਟਾਈਮਾਂ ਦੇ ਵਿੱਚ ਬਰਕਤਾਂ ਆਉਂਦੀਆਂ ਸੀ, ਕੋਈ ਰਾਹੀ ਪਾਂਦੀ ਆਉਂਦਾ ਤੇ ਬੜੀ ਤਸੱਲੀ ਬਖਸ਼ ਉਹਨੂੰ ਭੋਜਨ ਛਕਾਇਆ ਜਾਂਦਾ ਸੀਗਾ। ਜੋ ਕੁਛ ਵੀ ਹੁੰਦਾ ਸੀ ਸਾਰਾ ਕੁਛ ਉਹਦੇ ਉੱਤੋਂ ਦੀ ਵਾਰ ਦਿੱਤਾ ਜਾਂਦਾ ਸੀ। ਇਹਨਾਂ ਕਾਰਨਾਂ ਕਰਕੇ ਉਹ ਜਿਹੜੇ ਲੋਕ ਸੀਗੇ ਉਹ ਸੁਖੀ ਸੀਗੇ, ਭਾਵੇਂ ਉਹਨਾਂ ਕੋਲੇ ਪਦਾਰਥ ਅਨਾਜ ਬੜੇ ਘੱਟ ਹੁੰਦੇ ਸੀ, ਘਰ ਮਕਾਨ ਕੱਚੇ ਹੁੰਦੇ ਸੀ, ਰਹਿਣ ਬਸੇਰਾ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਸੀ, ਪਰ ਲੋਕ ਬੜੇ ਸੁਖੀ ਵਸਦੇ ਸੀ। ਅਜੋਕੇ ਸਮੇਂ ਦੇ ਵਿੱਚ ਘਰਾਂ ਦੇ ਵਿੱਚੋਂ ਬਰਕਤਾਂ ਸਾਰੀ ਦੀਆਂ ਸਾਰੀਆਂ ਇਸ ਕਰਕੇ ਚਲੀਆਂ ਗਈਆਂ ਕਿਉਂਕਿ ਅਸੀਂ ਸਭ ਦਾ ਸਭ ਕੁਛ ਨਾ ਕੁਛ ਲੁਕੋ ਕੇ ਰੱਖ ਲਿਆ, ਸਾਰੀ ਦੁਨੀਆ ਤੋਂ ਲੁਕੋ ਕੇ ਰੱਖ ਲਿਆ, ਸਾਰੀ ਦੁਨੀਆ ਤੋਂ ਲੁਕੋ ਲੁਕੋ ਰੱਖੀ ਜਾਂਦੇ ਆ। ਮਹਾਰਾਜ ਕਹਿੰਦੇ ਲੁਕੋ ਕੇ ਰੱਖੇਗਾ ਕਿੱਥੇ?
ਇਹਦੀ ਵਰਤ ਵਰਤਾਵਾ ਕਰ ਲੈ, ਨਾਲੇ ਤੇ ਤੂੰ ਸੁਖੀ ਹੋ ਜਾਏਂਗੇ, ਨਾਲੇ ਕਿਸੇ ਨੂੰ ਸੁੱਖ ਦੇ ਦੇਵੇਂਗਾ। ਬਹੁਤੇ ਧਨ ਲਕੋ ਲੈਂਦੇ ਨੇ, ਛਪਾ ਲੈਂਦੇ ਨੇ। ਮਹਾਰਾਜ ਕਹਿੰਦੇ ਹਨ, ਸੋ ਮਹਿ ਧਨ ਰਾਖਣ ਕਉ ਦੀਆ, ਮੁਗਧ ਕਹੈ ਧਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੇ, ਖਿਨ ਮਹਿ ਕਰੈ ਨਵੇਰਾ। ਸੋਮ ਬੰਦਿਆਂ ਨੂੰ ਧਨ ਜਿਹੜਾ ਹੈ ਇਹ ਕੇਵਲ ਤੇ ਕੇਵਲ ਰੱਖਣ ਵਾਸਤੇ ਦਿੱਤਾ ਹੈ, ਤੇ ਇਹ ਰੱਖਦੇ ਨੇ, ਉਹਦੀ ਸਾਂਭ ਸੰਭਾਲ ਸਾਰੀ ਜ਼ਿੰਦਗੀ ਕਰਦੇ ਰਹਿੰਦੇ ਨੇ। ਬਥੇਰੇ ਧਨ ਜਮ ਕਾ ਡੰਡ ਮੂੰਡ ਮੈਂ ਲਾਗਿਆ, ਖਿਨ ਮੈਂ ਕਰੈ ਨਵੇਰਾ। ਇਹਨਾਂ ਧਨ ਰੱਖਣ ਨੂੰ ਦਿੱਤਾ, ਇਹਨਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਕਰਦੇ ਨੇ, ਮਰਦੇ ਦਮ ਤੱਕ ਇਹਦੀ ਸਾਂਭ ਸੰਭਾਲ ਕਰਦੇ ਨੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਕੋਈ ਆਮ ਤਾਂ ਨਹੀਂ ਕਹਿ ਰਿਹਾ। ਮਹਾਰਾਜ ਕਹਿੰਦੇ ਜਦੋਂ ਸਾਰੀ ਜ਼ਿੰਦਗੀ ਧਨ ਸਾਂਭ ਕੇ ਉਹਦੀ ਸਾਂਭ ਸੰਭਾਲ ਕਰਦਾ ਰਿਹਾ, ਵਰਤਿਆ ਨਾ ਇਹਨੂੰ, ਫਿਰ ਮਹਾਰਾਜ ਕਹਿੰਦੇ ਜਦੋਂ ਤੇਰਾ ਅੰਤ ਦਾ ਟਾਈਮ ਹੋਇਆ ਉਦੋਂ ਵੀ ਤੇਰੇ ਧਨ ਹੀ ਯਾਦ ਰਹੂਗਾ। ਧਨ ਹੀ ਯਾਦ ਰਹੂਗਾ ਨਾ। ਜਦੋਂ ਤੇਰੇ ਧਨ ਯਾਦ ਰਿਹਾ, ਜੇ ਤੇਰੇ ਸਵਾਸ ਨਿਕਲ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫਿਰ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਗੁਰਮੁਖਾ ਫਿਰ ਚੇਤੇ ਰੱਖੀ, ਜੇ ਸਾਰੀ ਜ਼ਿੰਦਗੀ ਇਹਦੀ ਪੂਜਾ ਕਰਦਾ ਰਹਿ ਗਿਆ, ਸਾਂਭ ਸੰਭਾਲ ਕਰਦਾ, ਸਾਂਭ ਕੇ ਰੱਖੀ ਗਿਆ, ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅੰਤ ਦੇ ਸਮੇਂ ਧਨ ਯਾਦ ਰਹਿ ਗਿਆ, ਤੇ ਫਿਰ ਅਗਾਹਾਂ ਵਾਲਾ ਜਨਮ ਤੈਨੂੰ ਸੱਪ ਦਾ ਮਿਲਣਾ, ਸੱਪ ਦਾ ਮਿਲੂਗਾ। ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਕਿਸੇ ਮਨੁੱਖ ਦਾ ਨਹੀਂ ਹੈ। ਅੰਤ ਦੇ ਸਮੇਂ ਫਿਰ ਤੈਨੂੰ ਅਗਾਹਾਂ ਵਾਲਾ ਜਨਮ ਜਿਹੜਾ ਸੱਪ ਦਾ ਮਿਲਣਾ ਹੈ। ਇੱਕ ਵਾਰੀ ਨਹੀਂ, ਵਲ ਵਲ ਅਵਤਰੈ, ਵਾਰੀ ਵਾਰੀ ਮਿਲਣਾ। ਤੇ ਸੱਪਾਂ ਦੀ ਖੁਰਾਕ ਤੁਸੀਂ ਦੇਖਦੇ ਹੋ, ਸੱਪਾਂ ਨੂੰ ਕਦੇ ਕੋਈ ਘਰ ਦੇ ਵਿੱਚ ਵੜਨ ਦਿੰਦਾ, ਖੇਤ ਦੇ ਵਿੱਚ ਰਹਿਣ ਦਿੰਦਾ, ਕਿਸੇ ਜਗ੍ਹਾ ਤੇ ਨਾ ਕੋਈ ਰਹਿਣ ਦਿੰਦਾ। ਇਹਦਾ ਵੀ ਕਾਰਨ ਹੈ ਕਿ ਇਹਨਾਂ ਨੂੰ ਕੋਈ ਘਰਾਂ ਦੇ ਵਿੱਚ ਨਹੀਂ ਰਹਿਣ ਦਿੰਦਾ, ਇਹਨੂੰ ਕੋਈ ਖੇਤਾਂ ਦੇ ਵਿੱਚ ਨਹੀਂ ਰਹਿਣ ਦਿੰਦਾ। ਵਿਚਾਰੇ ਆਪਣਾ ਰਹਿਣ ਬਸੇਰਾ ਲੁਕ ਛਿਪ ਕੇ ਕੱਢਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਬਹੁਤੀ ਇਸੇ ਧਨ ਦੀ ਪੂਜਾ ਨਾ ਕਰਦਾ ਰਵੀ, ਇਹਦਾ ਵਰਤ ਵਰਤਾਵਾ ਕਰਦਾ ਰਵੀ। ਜਿਵੇਂ ਜਿਵੇਂ ਤੂੰ ਆਪਣੇ ਕੋਲੋਂ ਪਦਾਰਥ ਵਰਤਾਵੇਂਗਾ, ਓਵੇਂ ਓਵੇਂ ਤੋਟ ਨਾ ਆਵੈ ਵੱਧ ਦੋ ਜਾਈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹਦੀ ਤੈਨੂੰ ਕਦੇ ਤੋਟ ਨਹੀਂ ਆਉਣੀ, ਦਿਨੋਂ ਦਿਨ ਵਾਧਾ ਤੁਰਿਆ ਜਾਣਾ। ਪਰ ਜੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਇਸ ਦੇ ਬਹੁਤੇ ਪੂਜਾ ਕਰਦਾ ਰਿਹਾ ਤੇ ਤੈਨੂੰ ਇਹਨੇ ਤੜਫਾ ਕੇ ਖਤਮ ਕਰ ਦੇਣਾ। ਭਾਈ ਮਰਦਾਨਾ ਜੀ ਲਿਖਦੇ ਨੇ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 13 ਤੋਲਦੇ ਨੇ। ਤੋਲਣਾ ਮਰਦਾਨੇ ਦਾ ਕੰਮ ਸੀ, ਲਿਖਣਾ ਬਾਬੇ ਨਾਨਕ ਦਾ ਕੰਮ ਸੀ। ਮਾਲਕ ਵਰਤਾ ਰਿਹਾ ਹੈ, ਨੌਕਰ ਲਿਖਣ ਤੇ ਲਾਇਆ ਹੋਇਆ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜਿਹੜਾ ਕਰ ਹੈ, ਇਹਦੇ ਵਿੱਚ ਜਿੰਨੇ ਵੀ ਅਸੀਂ ਦੇਖਦੇ ਹਾਂ, ਸਭ ਦੇ ਸਭ ਦੁਨੀਆ ਦੇ ਨਾਲੋਂ ਨਿਰਾਲੇ ਕੰਮ ਨੇ, ਸਭ ਦੇ ਸਭ ਨਿਰਾਲੇ ਕੰਮ ਨੇ। ਔਰ ਜਿੰਨੇ ਇਸ ਘਰ ਦੇ ਵਿੱਚ ਨਿਰਾਲੇ ਕੰਮ ਨੇ, ਇਸੇ ਕਾਰਨ ਕਰਕੇ ਕਹਿ ਦਿੰਦੇ ਹਾਂ ਅਸੀਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਚਨ ਮੰਨਣਾ ਬੜਾ ਔਖਾ ਹੈ। ਸੌਖੀਆਂ ਜਿਹੀਆਂ ਗੱਲਾਂ ਤਾਂ ਅਸੀਂ ਮੰਨ ਲੈਂਦੇ ਹਾਂ, ਜਿਹੜੇ ਕੋਈ ਸੌਖਾ ਜਿਹਾ ਕੰਮ ਕਹੇ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਮੰਨ ਲੈਂਦੇ ਹਾਂ। ਜਿਹੜਾ ਕੋਈ ਕੰਮ ਇਹੋ ਜਿਹਾ ਆ ਜੇ, ਇਹ ਤਾਂ ਗੱਲ ਸਾਰਿਆਂ ਨੂੰ ਅਸੀਂ ਕਹਿ ਦਿਆਂਗੇ ਵੀ ਸਾਡੇ ਬਾਬੇ ਨਾਨਕ ਨੇ, ਗੁਰੂ ਨਾਨਕ ਨੇ 13 ਤੋਲਿਆ, ਸਾਰੇ ਕਹਿ ਦਿੰਦੇ ਆ ਬੜੇ। ਪਰ ਨਾਲ ਇਹ ਵੀ ਝਾਤੀ ਮਾਰ ਲਿਆ ਕਰੋ ਕਿ ਜਿਹੜਾ ਨੌਕਰ ਸੀ ਗੁਰੂ ਨਾਨਕ ਮਹਾਰਾਜ ਨੇ ਉਹਨੂੰ ਗੱਦੀ ਤੇ ਬਿਠਾਇਆ ਸੀ। ਜਰਾ ਸਾਰੀ ਗੱਲ ਤੇ ਧਿਆਨ ਮਾਰ ਲਿਆ ਕਰੋ। ਇਤਿਹਾਸ ਦੇ ਵਿੱਚ, ਇਤਿਹਾਸ ਦੇ ਕੁਝ ਤੱਤ ਹੁੰਦੇ ਨੇ ਜਿਹੜੇ ਅਸੀਂ ਨੋਟ ਕਰਨੇ ਹੁੰਦੇ ਨੇ। ਕੇਵਲ ਕੱਲੀਆਂ ਸਾਖੀਆਂ ਨਾ ਸੁਣ ਲਿਆ ਕਰੋ, ਉਸ ਦੇ ਵਿੱਚ ਕੁਝ ਤੱਤ ਹੁੰਦੇ ਨੇ ਕਿ ਗੁਰੂ ਨਾਨਕ ਮਹਾਰਾਜ ਨੇ ਵੱਖਰਾਪਣ ਕੀ ਕੀਤਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਨਿਰਾਲਾ ਕਰਮ ਕੀਤਾ ਕਿ ਭਾਈ ਮਰਦਾਨੇ ਦੇ ਘਰ ਜਾਂਦੇ ਨੇ, ਤੇ ਜਦੋਂ ਜਾਂਦੇ ਨੇ ਸਾਰੇ ਨਗਰ ਖੇੜੇ ਦੇ ਲੋਕ ਕਹਿੰਦੇ ਨੇ ਖੱਤਰੀਆਂ ਦਾ ਪੁੱਤ ਦਾ ਦਿਮਾਗ ਨਹੀਂ ਠੀਕ,
ਇਹ ਮਰਾਸੀਆਂ ਦੇ ਘਰੇ ਜਾ ਕੇ ਡੂਮ ਦੇ ਨਾਲ ਬਹਿ ਕੇ ਰੋਟੀ ਖਾਂਦਾ ਹੈ। ਦਾਗ ਦੋਸ਼ ਤਾਂ ਲੱਗਦੇ ਨੇ, ਪਰ ਅਸਲੀ ਸੱਚਾਈ ਸਾਡੇ ਕੋਲ ਇਹੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਸੱਚਾਈ ਦਾ ਤੈਨੂੰ ਉਸੇ ਦਿਨ ਪਤਾ ਲੱਗਣਾ ਹੈ ਜਿਸ ਦਿਨ ਤੋਂ ਆਪਣੀ ਜ਼ਿੰਦਗੀ ਆਪ ਜਿਉਣੀ ਸ਼ੁਰੂ ਕਰ ਦਿੱਤੀ। ਹਜੇ ਤੇ ਲੋਕ ਲਾਜ ਦੇ ਵਿੱਚ ਫਸਿਆ ਹੋਇਆ ਹੈ, ਹਜੇ ਤੇ ਵੇਦ ਲਾਜ ਦੇ ਵਿੱਚ ਫਸਿਆ ਹੋਇਆ ਹੈ, ਹਜੇ ਤੇ ਕੁਲ ਲਾਜ ਦੇ ਵਿੱਚ ਫਸਿਆ ਹੋਇਆ ਹੈ। ਜਿਸ ਦਿਨ ਇਹ ਤਿੰਨੇ ਲਾਜਾਂ ਚੱਕਤੀਆਂ ਉਸੇ ਦਿਨ ਦੇਖੀ ਤੇ ਤੇਰੀ ਜ਼ਿੰਦਗੀ ਦਾ ਤੈਨੂੰ ਰਸ ਕਿਵੇਂ ਆਵੇਗਾ। ਆਪਣੀ ਜ਼ਿੰਦਗੀ ਆਪ ਜਿਉਣੀ ਸਿੱਖ, ਕਿਉਂਕਿ ਇਕੱਲਿਆਂ ਨੂੰ ਪਰਮਾਤਮਾ ਨੇ ਤੈਨੂੰ ਇਕੱਲੇ ਨੂੰ ਜ਼ਿੰਦਗੀ ਦਿੱਤੀ ਹੈ। ਇਕੱਲੇ ਆਏ ਸੀ, ਇਕੱਲਿਆਂ ਨੇ ਵਾਪਸ ਜਾਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਰਸ ਭਰੀ ਜ਼ਿੰਦਗੀ ਜਿਉਂ ਕੇ ਦੇਖ ਇਕੱਲਾ, ਕਿ ਇਸ ਜ਼ਿੰਦਗੀ ਦੇ ਵਿੱਚ ਕਿੰਨਾ ਆਨੰਦ ਹੀ ਆਨੰਦ ਹੈ। ਗੁਰੂ ਨਾਨਕ ਮਹਾਰਾਜ ਜੀਆਂ ਦੇ ਇਤਿਹਾਸ ਦੇ ਵਿੱਚ ਬੜੇ ਤੱਤ ਇਹੋ ਜਿਹੇ ਨੇ ਜਿਹੜੇ ਸਾਰੀ ਦੀ ਸਾਰੀ ਦੁਨੀਆ ਦੇ ਨਾਲੋਂ ਵੱਖਰੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਾਂ ਯਤਨ ਕਰਦੇ ਹਾਂ ਰਲ ਮਿਲ ਕੇ, ਸਾਰੇ ਸੰਗਤ ਕਰਦੇ ਹਾਂ, ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹਾਂ, ਬਾਣੀ ਪੜ੍ਹਦੇ ਸੁਣਦੇ ਹਾਂ ਕਿ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ। ਕੋਈ ਦਿਨ ਆਵੇ, ਸਮਾਂ ਆਵੇ, ਕੋਈ ਇਹੋ ਜਿਹਾ ਭਾਗਾਂ ਵਾਲਾ ਦਿਨ ਚੜ੍ਹੇ, ਤੁਹਾਡਾ ਮਿਹਰਾਂ ਦਾ ਹੱਥ ਸਾਡੇ ਸਿਰ 'ਤੇ ਟਿਕ ਜੇ, ਅਸੀਂ ਵੀ ਤੁਹਾਡੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੇ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।